ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਬੜੇ ਪਿਆਰ ਨਾਲ ਗੁਰਬਾਣੀ ਕੀਰਤਨ ਸੁਣਿਆ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਅੱਜ ਦੇ ਇਤਿਹਾਸਕ ਦਿਹਾੜੇ ਦੇ ਸੰਬੰਧ ਵਿੱਚ ਗੁਰ ਇਤਿਹਾਸ ਨਾਲ ਜੋੜਨ ਦਾ ਯਤਨ ਕਰੀਏ। ਕੱਲ 16 ਤਰੀਕ ਸੀ ਜੂਨ ਮਹੀਨੇ ਦੀ ਅਤੇ ਦੇਸੀ ਮਹੀਨਾ 2 ਹਾੜ ਸੀ। ਨਾਨਕਸ਼ਾਹੀ ਕੈਲੰਡਰ ਮੁਤਾਬਕ ਕੱਲ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਵਸ ਸੀ। ਅੱਜ ਆਪਾਂ ਇਸੇ ਸੰਬੰਧ ਵਿੱਚ ਹੀ ਥੋੜਾ ਸਮਾਂ ਗੱਲਬਾਤ ਕਰਦੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਜ਼ੁਲਮ ਅਤੇ ਜ਼ਬਰ ਦੀ ਇੰਤਹਾ ਹੈ ਤੇ ਦੂਸਰੇ ਪਾਸੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਿਦਕ ਅਤੇ ਸਬਰ, ਉਸ ਦੀ ਵੀ ਇੰਤਹਾ ਯਾਨੀ ਉਸ ਦੀ ਵੀ ਅਖੀਰ ਹੈ। ਇਸ ਤੋਂ ਵੱਧ ਹੋਰ ਕੋਈ ਜ਼ੁਲਮ ਵੀ ਕੀ ਕਰ ਲਵੇਗਾ, ਜ਼ਬਰ ਵੀ ਕੀ ਕਰ ਲਵੇਗਾ, ਤੇ ਇਸ ਤੋਂ ਵੱਧ ਸਿਦਕ ਤੇ ਸਬਰ ਵੀ ਹੋਰ ਕੀ ਰੱਖਿਆ ਜਾ ਸਕੇਗਾ। ਜ਼ੁਲਮ ਦੇ ਅਰਥ ਹੁੰਦੇ ਨੇ ਬੇਇਨਸਾਫੀ, ਜ਼ਿਆਦਤੀ। ਜ਼ਬਰ ਦੇ ਅਰਥ ਹੁੰਦੇ ਨੇ ਧੱਕੇਸ਼ਾਹੀ, ਜ਼ਬਰਦਸਤੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ, ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜ਼ਬਰਦਸਤੀ ਕੀਤੀ ਜਾ ਰਹੀ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਸਿਦਕ ਤੇ ਸਬਰ ਉਸ ਦੀ ਅਖੀਰ ਕਰ ਵਿਖਾਉਂਦੇ ਹਨ। ਸਿਦਕ ਦਾ ਅਰਥ ਹੁੰਦਾ ਹੈ ਵਿਸ਼ਵਾਸ, ਨਿਸ਼ਕਪਟਤਾ, ਦਿਲ ਦੀ ਸਫਾਈ। ਸਬਰ ਦਾ ਅਰਥ ਹੁੰਦਾ ਹੈ ਸੰਤੋਖ, ਕਿਸੇ ਦੀ ਵਧੀਕੀ ਨੂੰ ਸਹਿਨ ਕਰਨਾ। ਗੁਰੂ ਮਹਾਰਾਜ ਜੀ ਦੇ ਉੱਤੇ ਕੱਲ੍ਹ ਦੇ ਦਿਹਾੜੇ ਬਹੁਤ ਜ਼ੁਲਮ ਤੇ ਜ਼ਬਰ ਹੋਇਆ। ਗੁਰੂ ਜੀ ਨੇ ਸਿਦਕ ਤੇ ਸਬਰ ਵਿੱਚ ਰਹਿੰਦਿਆਂ ਹੋਇਆਂ ਜਿਸ ਸੱਚ ਨੂੰ ਉਹ ਲੈ ਕੇ ਤੁਰੇ ਸਨ, ਉਸ ਸੱਚ ਦਾ ਪੱਲਾ ਨਾ ਛੱਡਿਆ, ਪਰ ਆਪਣੇ ਜੀਵਨ ਦੀ ਬਾਜੀ ਉਹਨਾਂ ਨੇ ਲਗਾ ਦਿੱਤੀ। ਆਹ ਜਿਹੜੀ ਤਸਵੀਰ ਹੈ ਆਪਾਂ ਨੂੰ ਇਹ ਕਿੰਨਾ ਕੁਝ ਦੱਸਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਇਸ ਤਸਵੀਰ ਵਿੱਚ ਤੱਤੀ ਤਵੀ ਉੱਤੇ ਬੈਠਣ ਲਈ ਤਿਆਰ ਹੋਏ ਹਨ। ਤਵੀ ਦੇ ਹੇਠਾਂ ਅੱਗ ਦਾ ਭਾਂਬੜ ਮੱਚ ਰਿਹਾ ਹੈ ਤੇ ਤਵੀ ਲਾਲ ਹੋਈ ਨਜ਼ਰ ਆ ਰਹੀ ਹੈ ਕਿ ਤਵੀ ਬਿਲਕੁਲ ਤਪ ਕੇ ਲਾਲ ਹੋ ਚੁੱਕੀ ਹੈ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਿਵੇਂ ਉਹਨਾਂ ਨੇ ਸੁਖਮਨੀ ਸਾਹਿਬ ਜੀ ਦੇ ਵਿੱਚ ਲਿਖਿਆ ਸੀ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਪਰਮੇਸ਼ਵਰ ਜੋ ਵੀ ਵਰਤਾਵਾ ਉਹਨਾਂ ਦੀ ਜ਼ਿੰਦਗੀ ਵਿੱਚ ਵਰਤਾਉਂਦਾ ਹੈ, ਉਸ ਨੂੰ ਆਪਣੇ ਜੀਵਨ ਦੀ ਜੁਗਤ ਸਮਝ ਲੈਂਦੇ ਨੇ। ਇਹੋ ਜਿਹੇ ਪੁਰਸ਼ ਜਿਉਂਦੇ ਜੀ ਹੀ ਮੁਕਤ ਆਖੇ ਜਾਂਦੇ ਨੇ। ਇੱਕ ਪਾਸੇ ਸਾਈਂ ਮੀਆਂ ਮੀਰ ਤੇ ਉਹਨਾਂ ਦੇ ਸਾਥੀ ਖੜੇ ਨੇ,
ਸਾਈਂ ਮੀਆਂ ਮੀਰ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੱਲ ਤੱਕ ਕੇ ਉਹ ਬੜੇ ਘਾਬਰਦੇ ਨੇ, ਬੜੇ ਪਰੇਸ਼ਾਨ ਹੁੰਦੇ ਨੇ, ਮਨ ਕਰਕੇ ਅਤੀ ਦੁਖੀ ਹੁੰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲ ਇਸ਼ਾਰਾ ਕਰਦੇ ਨੇ ਕਿ ਏਡੀ ਵੱਡੀ ਤਾਕਤ ਤੁਹਾਡੇ ਕੋਲ ਤੇ ਤੁਸੀਂ ਫਿਰ ਵੀ ਦੁੱਖ ਸਹਿ ਰਹੇ ਹੋ। ਤੁਸੀਂ ਮੈਨੂੰ ਹੁਕਮ ਕਰੋ, ਮੈਂ ਇਹਨਾਂ ਜ਼ਾਲਮਾਂ ਦਾ ਨਾਸ਼ ਕਰ ਦਿਆਂ। ਗੁਰੂ ਜੀ ਆਖਦੇ ਨੇ, ਸਾਈਂ ਜੀ ਨਹੀਂ, ਰੱਬ ਦੇ ਪਿਆਰਿਆਂ ਨੂੰ ਬਣਦਾ ਹੈ ਉਹਦੀ ਰਜ਼ਾ ਵਿੱਚ ਰਾਜੀ ਰਹਿਣ। ਆਪਾਂ ਉਹਦੀ ਰਜ਼ਾ ਵਿੱਚ ਟਿਕੇ ਹੋਏ ਹਾਂ। ਵਕਤ ਆਵੇਗਾ ਇਹਨਾਂ ਜਰਬਾਣਿਆਂ ਨੂੰ ਜੇ ਨਾ ਜਾਗ ਆਈ ਤੇ ਇਹਨਾਂ ਨੂੰ ਜਗਾਉਣ ਵਾਲਾ ਵੀ ਕੋਈ ਆ ਜਾਏਗਾ। ਤੁਸੀਂ ਫਿਕਰ ਨਾ ਕਰੋ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਸ ਪਾਵਨ ਸ਼ਹਾਦਤ ਦੇ ਸੰਬੰਧ ਵਿੱਚ ਜੇ ਅਸੀਂ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹੀਏ ਤੇ ਉਹ ਸ਼ਹੀਦ ਹੋਣ ਵਾਲੇ ਦੇ ਦੋ ਗੁਣ ਲਿਖਦੇ ਨੇ। ਦੋ ਉਹ ਗੁਣ ਜਿਹੜੇ ਧਾਰਨ ਕਰਨੇ ਹੁੰਦੇ ਨੇ, ਦੋ ਉਹ ਅਵਗੁਣ ਜਿਹੜੇ ਤਿਆਗਣੇ ਹੁੰਦੇ ਨੇ। ਆਪ ਜੀ ਫਰਮਾਉਂਦੇ ਨੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਗੱਲਾਂ ਬਾਤਾਂ ਨਾਲ ਮੁਰੀਦ ਨਹੀਂ ਬਣਿਆ ਜਾਂਦਾ, ਗੱਲਾਂ ਬਾਤਾਂ ਨਾਲ ਗੁਰੂ ਦੇ ਸਿੱਖ ਨਹੀਂ ਬਣਿਆ ਜਾਂਦਾ। ਮੁਰਦਾ ਹੋਣਾ ਪੈਂਦਾ। ਮੁਰਦਾ ਹੋਣ ਤੋਂ ਭਾਵੇਂ ਅਹੰਗ ਤਿਆਗਣਾ ਪੈਂਦਾ ਹੈ, ਅਪਨੱਤ ਛੱਡਣੀ ਪੈਂਦੀ ਏ। ਇਹ ਮਨ ਵਿੱਚ ਦ੍ਰਿੜ ਕਰ ਲੈਣਾ ਪੈਂਦਾ ਹੈ ਕਿ ਕਰ ਹੈ ਰਾਮ ਹੋਏ ਹੈ ਸੋਏ। ਜੋ ਪਰਮਾਤਮਾ ਕਰਦਾ ਹੈ ਉਹੋ ਹੀ ਹੁੰਦਾ ਹੈ। ਦੂਸਰੀ ਕੋਈ ਚੀਜ਼ ਇਸ ਸੰਸਾਰ ਵਿੱਚ ਵਾਪਰਦੀ ਨਹੀਂ, ਕੋਈ ਘਟਨਾ ਘਟਦੀ ਹੀ ਨਹੀਂ। ਜੋ ਮਾਲਕ ਨੂੰ ਚੰਗਾ ਲੱਗਦਾ ਉਹੋ ਹੀ ਹੁੰਦਾ ਹੈ। ਜਿਹੜਾ ਮਨੁੱਖ ਇਸ ਜਗ੍ਹਾ ਤੇ ਆਪਣੀ ਸੁਰਤ ਨੂੰ ਲੈ ਜਾਏ ਉਹ ਮੁਰਦਾ ਹੋ ਜਾਂਦਾ ਹੈ, ਭਾਵ ਅਹੰਗ ਦਾ ਤਿਆਗੀ ਹੋ ਜਾਂਦਾ ਹੈ ਤੇ ਆਪਣੇ ਆਪ ਨੂੰ ਪੂਰਨ ਤੌਰ ਤੇ ਉਹ ਪਰਮਾਤਮਾ ਦੇ ਸਮਰਪਿਤ ਕਰ ਦਿੰਦਾ ਹੈ। ਫਿਰ ਭਾਈ ਸਾਹਿਬ ਨੇ ਲਿਖਿਆ, ਸਾਬਰ ਸਿਦਕ ਸ਼ਹੀਦ। ਸ਼ਹੀਦ ਦੇ ਇਹ ਦੋ ਗੁਣ ਹੁੰਦੇ ਨੇ, ਸਿਦਕ ਅਤੇ ਸਬਰ। ਸਾਬਰ ਤੇ ਸਿਦਕ, ਸਬਰ ਤੇ ਸਿਦਕ। ਜਿਵੇਂ ਆਪਾਂ ਸਬਰ ਤੇ ਸਿਦਕ ਦੇ ਜਿਹੜੇ ਅੱਖਰੀ ਅਰਥ ਨੇ ਉਹ ਪੜ੍ਹ ਲਏ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਬਰ ਕਿੰਨਾ ਕੁ ਹੋਏਗਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਣਾ ਆਪਣੇ ਕੋਲੋਂ। ਗਰਮ ਲਾਲ ਤਵੀ ਉੱਤੇ ਚੌਂਕੜਾ ਲਗਾ ਕੇ ਬੈਠਣਾ, ਉਬਲਦੇ ਪਾਣੀ ਦੀ ਦੇਗ ਵਿੱਚ ਸਮਾਧੀ ਸਥਿਤ ਰਹਿਣਾ। ਤੁਸੀਂ ਇਸ ਤਸਵੀਰ ਦੇ ਪਿਛਲੇ ਪਾਸੇ ਵੇਖਦੇ ਹੋ, ਇੱਕ ਜਲਾਦ ਖਲੋਤਾ ਹੈ ਜਿਹਨੇ ਮੋਢੇ ਉੱਤੇ ਕੜਛਾ ਰੱਖਿਆ ਹੋਇਆ ਹੈ। ਉਸਨੇ ਸੜਦੀ ਬਲਦੀ ਰੇਤ ਦੇ ਕੜਛੇ ਭਰ ਭਰ ਕੇ ਸਤਿਗੁਰੂ ਜੀ ਦੇ ਸੀਸ ਵਿੱਚ ਵੀ ਪਾਉਣੇ ਨੇ। ਇਹ ਸਭ ਕੁਝ ਕਿਵੇਂ ਸਹਿਨ ਕੀਤਾ? ਇਸੇ ਨੂੰ ਹੀ ਸਬਰ ਆਖਦੇ ਨੇ, ਇਸੇ ਨੂੰ ਹੀ ਸਿਦਕ ਆਖਦੇ ਨੇ। ਇਹ ਸ਼ਹੀਦ ਦੇ ਦੋ ਗੁਣ ਹਨ, ਭਰਮ ਅਤੇ ਭਉ। ਇਹਨਾਂ ਦੋਵਾਂ ਨੂੰ ਸ਼ਹੀਦ ਨੇ ਤਿਆਗਣਾ ਹੁੰਦਾ ਹੈ। ਭਰਮ ਭਉ ਖੋਵਣਾ। ਭਉ ਦਾ ਅਰਥ ਹੈ ਡਰ ਤੇ ਭਰਮ ਦਾ ਅਰਥ ਹੈ ਭਟਕਣਾ। ਜਦੋਂ ਸ਼ਹੀਦ ਆਪਣੇ ਨਿਸ਼ਾਨੇ ਵੱਲ ਵੱਧਦਾ ਹੈ, ਜੇ ਉਸ ਦੇ ਮਨ ਵਿੱਚ ਜਰਾ ਜਿੰਨੀ ਵੀ ਭਟਕਣਾ ਆ ਜਾਏ ਕਿ ਜੋ ਮੈਂ ਕਰਨ ਚੱਲਿਆ ਪਤਾ ਨਹੀਂ ਇਹ ਠੀਕ ਹੈ ਕਿ ਨਹੀਂ, ਜੋ ਮੈਂ ਕਰਨ ਲੱਗਾ ਹੈ ਇਹਦੇ ਸਿੱਟੇ ਪਤਾ ਨਹੀਂ ਕੀ ਨਿਕਲਣਗੇ। ਭਉ ਦਾ ਅਰਥ ਹੈ ਜਦੋਂ ਮਨ ਵਿੱਚ ਕੋਈ ਇਹੋ ਜਿਹੀ ਗੱਲ ਆ ਜਾਏ ਕਿ ਪਤਾ ਨਹੀਂ ਮੇਰੇ ਤੋਂ ਇਹ ਤਸੀਹੇ ਸਹੇ ਜਾਣਗੇ ਕਿ ਨਹੀਂ, ਮੇਰਾ ਜੀਵਨ ਬਚੇਗਾ ਕਿ ਨਹੀਂ।
ਜਿਸ ਨੇ ਸ਼ਹੀਦ ਹੋਣਾ ਹੁੰਦਾ ਹੈ, ਜਿਸ ਨੇ ਆਪਣਾ ਆਪਾ ਪ੍ਰਭੂ ਦੇ ਸਮਰਪਿਤ ਕਰ ਦਿੱਤਾ ਹੁੰਦਾ ਹੈ, ਉਹਦੇ ਵਿੱਚੋਂ ਇਹ ਦੋਵੇਂ ਔਗਣ ਚਲੇ ਜਾਂਦੇ ਨੇ। ਨਾ ਉਹਦੇ ਮਨ ਵਿੱਚ ਭਰਮ ਰਹਿੰਦਾ ਹੈ ਤੇ ਨਾ ਕਿਸੇ ਪ੍ਰਕਾਰ ਦਾ ਭਉ ਜਾਂ ਡਰ ਰਹਿੰਦਾ ਹੈ। ਸੋ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਭਰਮ ਤੇ ਭਉ ਨੂੰ ਤਿਆਗਦੇ ਹੋਏ, ਸਬਰ ਤੇ ਸਿਦਕ ਵਿੱਚ ਰਹਿੰਦੇ ਹੋਏ, ਉਹਨਾਂ ਨੇ ਆਪਣਾ ਆਪਾ ਸੱਚ ਤੋਂ, ਪ੍ਰਮਾਤਮਾ ਤੋਂ ਕੁਰਬਾਨ ਕਰ ਦਿੱਤਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਦਾ ਪ੍ਰਕਾਸ਼ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਨਗਰ ਵਿੱਚ, ਜੋ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈ, ਪਿਤਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੇ ਸਤਿਕਾਰਯੋਗ ਮਾਤਾ ਭਾਨੀ ਜੀ ਉਹਨਾਂ ਦੇ ਗ੍ਰਹਿ ਵਿਖੇ ਲਿਆ ਸੀ। ਉਹਨਾਂ ਦੀ 18 ਸਾਲਾਂ ਦੀ ਉਮਰ ਸੀ ਜਦੋਂ ਪਿਤਾ ਗੁਰਦੇਵ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾ ਜਾਣ ਤੋਂ ਪਹਿਲਾਂ ਉਹਨਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੀ ਗੁਰਿਆਈ ਦੀ ਜ਼ਿੰਮੇਵਾਰੀ ਸੌਂਪ ਗਏ ਸਨ। ਸੋ ਇਹ ਵਾਕਿਆ 1581 ਦਾ ਹੈ। ਉਹਨਾਂ ਦੀ ਸ਼ਹਾਦਤ ਹੋਈ 30 ਮਈ 1606 ਈਸਵੀ ਨੂੰ। ਉਦੋਂ ਉਹਨਾਂ ਨੇ ਗੁਰਿਆਈ ਦੀ ਜ਼ਿੰਮੇਵਾਰੀ ਨੂੰ ਸੰਭਾਲਿਆ 25 ਸਾਲ ਬਿਤਾਏ ਸਨ। ਉਹਨਾਂ ਦੀ ਕੁੱਲ ਉਮਰ 43 ਵਰ੍ਹਿਆਂ ਦੀ ਸੀ ਜਦੋਂ ਉਹ ਸ਼ਹੀਦ ਹੋਏ। ਇੱਕ ਗੱਲ ਮੈਂ ਆਖਣਾ ਚਾਹਾਂਗਾ ਕਿ ਅਸੀਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਇਹ ਦਿਹਾੜਾ ਮਨਾ ਰਹੇ ਹਾਂ, ਜੋ ਕੱਲ੍ਹ 16 ਜੂਨ ਨੂੰ ਸੀ। ਤੇ ਕੱਲ੍ਹ ਦੇ ਦਿਨ ਹੀ ਪਾਕਿਸਤਾਨ ਅੰਦਰ ਲਾਹੌਰ ਦੇ ਵਿੱਚ ਜਿੱਥੇ ਸਤਿਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਸੀ, ਉਹਨਾਂ ਦੇ ਸ਼ਹੀਦੀ ਅਸਥਾਨ ਤੇ ਇਹ ਦਿਵਸ ਕੱਲ੍ਹ ਹੀ ਮਨਾਇਆ ਗਿਆ। ਕੱਲ੍ਹ ਹੀ ਉੱਥੇ ਦੀਵਾਨ ਸਜਾਏ ਗਏ। ਮੈਂ ਆਖਣਾ ਇਹ ਚਾਹੁੰਦਾ ਹਾਂ ਆਪਣੀ ਕੌਮ ਦੇ ਆਗੂਆਂ ਨੂੰ, ਜਿਹੜੇ ਉੱਤੇ ਵੱਡੀਆਂ ਉੱਚੀਆਂ ਕੁਰਸੀਆਂ ਤੇ ਬੈਠੇ ਹੋਏ ਨੇ। ਸਾਡੀ ਸਿੱਖ ਕੌਮ ਪਹਿਲਾਂ ਹੀ ਬਹੁਤ ਸਾਰਿਆਂ ਹਿੱਸਿਆਂ ਵਿੱਚ ਵੰਡੀ ਜਾ ਚੁੱਕੀ ਹੈ। ਇਹਦੇ ਵਿੱਚ ਟਕਸਾਲਾਂ ਬਣ ਚੁੱਕੀਆਂ ਨੇ, ਇਹਦੇ ਵਿੱਚ ਅਕਾਲੀਆਂ ਦੇ ਧੜੇ ਬਣ ਚੁੱਕੇ ਨੇ ਕਈ ਸਾਰੇ, ਇਹਦੇ ਵਿੱਚ ਨਾਮਧਾਰੀਏ ਨੇ, ਇਹਦੇ ਵਿੱਚ ਨਾਨਕ ਸਰੀਏ ਨੇ, ਇਹਦੇ ਵਿੱਚ ਨਿਰਮਲੇ ਨੇ, ਕਿੰਨੇ ਗਿਣੀਏ। ਕੌਮ ਅੱਗੇ ਹੀ ਬਹੁਤ ਸਾਰਿਆਂ ਧੜਿਆਂ ਵਿੱਚ ਆਖੀਏ, ਜਥੇਬੰਦੀਆਂ ਵਿੱਚ ਆਖੀਏ ਵੰਡੀ ਜਾ ਚੁੱਕੀ ਸੀ। ਤੇ ਸਾਡੀ ਕੌਮ ਦੇ ਆਗੂਆਂ ਨੇ ਇੱਕ ਇਹਦਾ ਹਿੱਸਾ ਹੋਰ ਬਣਾ ਦਿੱਤਾ ਨਾਨਕਸ਼ਾਹੀ ਕੈਲੰਡਰ ਦੇ ਆਧਾਰ ਤੇ। ਹੁਣ ਅਸੀਂ ਇਸ ਪਹਿਲੂ ਤੋਂ ਵੀ 2 ਹਿੱਸਿਆਂ ਵਿੱਚ ਵੰਡੇ ਜਾ ਚੁੱਕੇ ਹਾਂ। ਕੁਝ ਲੋਕਾਂ ਨੇ 3 ਜੂਨ ਨੂੰ ਇਹ ਸ਼ਹੀਦੀ ਦਿਹਾੜਾ ਮਨਾਇਆ, ਕੁਝ ਨੇ 16 ਜੂਨ ਨੂੰ ਮਨਾਇਆ। ਕਿੰਨਾ ਚੰਗਾ ਹੋਵੇ ਜੇ ਸਾਡੇ ਆਗੂ ਸਮਝਦਾਰ ਹੋਣ, ਥੋੜ੍ਹੀ ਜਿਹੀ ਵੀ ਅਕਲ ਰੱਖਦੇ ਹੋਣ ਤੇ ਕੈਲੰਡਰ ਤੇ ਕਮ ਸੇ ਕਮ ਇੱਕ ਬਣਾ ਲੈਣ। ਜੇ ਤੁਸੀਂ ਕੈਲੰਡਰ ਇੱਕ ਨਹੀਂ ਵੀ ਕਰ ਸਕਦੇ, ਕਮ ਸੇ ਕਮ ਤਰੀਕਾਂ ਤੇ ਇੱਕ ਨੀਅਤ ਕਰ ਦਿਓ ਵੀ ਅਸੀਂ ਇਹਨਾਂ ਤਰੀਕਾਂ ਤੇ ਹੀ ਇਹ ਦਿਨ ਮਨਾਇਆ ਕਰਾਂਗੇ। ਸੋ ਇਹ ਤੇ ਮੈਂ ਜੀ ਮਨ ਵਿੱਚ ਗੱਲ ਆਈ ਏ, ਇਹਨਾਂ ਚੀਜ਼ਾਂ ਕਰਕੇ ਮਨ ਦੁਖੀ ਹੁੰਦਾ ਹੈ ਵੀ ਅਸੀਂ ਕਰ ਕੀ ਰਹੇ ਹਾਂ, ਸਾਡੇ ਨਾਲ ਹੋ ਕੀ ਰਿਹਾ। ਜੇ ਲੋਕ ਸਮਝ ਜਾਣ ਤੇ ਭਲਾ, ਨਾ ਸਮਝਣ ਤੇ ਤਾਂ ਵੀ ਇਹਨਾਂ ਦਾ ਭਲਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੰਬੰਧ ਵਿੱਚ ਭੱਟ ਸਾਹਿਬਾਨ ਨੇ ਬੜੇ ਸੁੰਦਰ ਬਚਨ ਲਿਖੇ ਨੇ। ਭੱਟ ਸਾਹਿਬ ਕਹਿੰਦੇ ਨੇ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹਦਾ ਮਤਲਬ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਜਨਮ ਤੋਂ ਹੀ ਬ੍ਰਹਮ ਗਿਆਨੀ ਸਨ।
ਬ੍ਰਹਮ ਗਿਆਨੀ ਸਿਰਫ ਉਸ ਨੂੰ ਆਖਦੇ ਨੇ ਜਿਨਨੇ ਬ੍ਰਹਮ ਨੂੰ ਪਛਾਣ ਲਿਆ ਹੋਵੇ, ਜਿਨਨੇ ਬ੍ਰਹਮ ਵਿੱਚ ਅਭੇਦਤਾ ਹਾਸਲ ਕਰ ਲਈ ਹੋਵੇ। ਤੇ ਭੱਟ ਸਾਹਿਬਾਨ ਆਖਦੇ ਨੇ ਕਿ ਹੇ ਗੁਰੂ ਅਰਜਨ ਦੇਵ ਮਹਾਰਾਜ ਜੀ, ਤੁਸੀਂ ਜਨਮ ਤੋਂ ਹੀ ਬ੍ਰਹਮ ਨੂੰ ਜਾਣਦੇ ਹੋ, ਪਹਿਚਾਣਦੇ ਹੋ, ਤੁਸੀਂ ਉਹਦੇ ਵਿੱਚ ਅਭੇਦ ਹੋ। ਇਹਦਾ ਮਤਲਬ ਇਹ ਹੋ ਗਿਆ ਕਿ ਗੁਰੂ ਅਰਜਨ ਦੇਵ ਮਹਾਰਾਜ ਜਨਮ ਤੋਂ ਹੀ ਬ੍ਰਹਮ ਗਿਆਨੀ ਸਨ। ਫਿਰ ਭੱਟ ਸਾਹਿਬਾਨ ਨੇ ਲਿਖਿਆ, ਭੰਨ ਮਥੁਰਾ ਕਿਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਜਿੱਥੇ ਉਹ ਬ੍ਰਹਮ ਗਿਆਨੀ ਹਨ, ਉੱਥੇ ਉਹ ਪ੍ਰਗਟ ਰੂਪ ਵਿੱਚ ਆਪ ਹਰੀ ਨੇ ਉਹ ਰੂਪ ਧਾਰਨ ਕੀਤਾ ਹੋਇਆ, ਗੁਰੂ ਅਰਜਨ ਦੇਵ ਮਹਾਰਾਜ ਵਾਲਾ। ਭੱਟ ਮਥੁਰਾ ਜੀ ਆਖਦੇ ਨੇ, ਇਹ ਪੱਧਤ ਤੇ ਮਤ ਚੂਕੈ ਹੈ ਰੇ ਮਨ। ਉਹ ਕਹੇ ਤੇ ਆਪਣੇ ਮਨ ਨੂੰ ਰਹੇ ਨੇ ਕਿ ਹੇ ਮੇਰੇ ਮਨਾ, ਵੇਖੀ ਕਿਤੇ ਇਸ ਰਸਤੇ ਤੋਂ ਖੁੰਝ ਨਾ ਜਾਈ, ਜਿਹੜਾ ਰਸਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੱਸਿਆ। ਤੇ ਸਿੱਖਿਆ ਸਾਨੂੰ ਸਾਰਿਆਂ ਨੂੰ ਦੇ ਰਹੇ ਨੇ। ਅਸੀਂ ਸਾਰੇ ਆਪਣੇ ਆਪਣੇ ਮਨ ਨੂੰ ਆਖੀਏ, ਹੇ ਮੇਰੇ ਮਨਾ, ਵੇਖੀ ਕਿਤੇ ਇਸ ਰਸਤੇ ਤੋਂ ਥਿੜਕ ਨਾ ਜਾਈ। ਰਸਤਾ ਕੀ ਏ? ਭੇਦ ਵਿਭੇਦ ਨਾ ਜਾਣ ਬੀਓ। ਭੇਦ ਤੇ ਵਿਭੇਦ ਦਾ ਮਤਲਬ ਹੈ ਭਿੰਨ ਭੇਦ, ਭੇਦ ਭਾਵ। ਇਹ ਨਾ ਜਾਣੀ ਕਿ ਕੋਈ ਹੋਰ ਦੂਸਰਾ ਹੈਗਾ। ਗੁਰੂ ਅਰਜਨ ਤੇ ਅਕਾਲ ਪੁਰਖ ਵਾਹਿਗੁਰੂ, ਇਹਨਾਂ ਦੋਵਾਂ ਦੇ ਵਿੱਚ ਤੁਸੀਂ ਕੋਈ ਭਿੰਨ ਭੇਦ ਨਾ ਜਾਣਨਾ। ਕਈ ਵਾਰੀ ਜੀ ਵੇਖੀਦਾ ਹੈ, ਸਾਡੇ ਬੜੇ ਸਿਆਣੇ ਸਿਆਣੇ ਪ੍ਰਚਾਰਕ ਉਹ ਕੁਝ ਇਹੋ ਜਿਹੀਆਂ ਗੱਲਾਂ ਵੀ ਕਰ ਹੀ ਜਾਂਦੇ ਨੇ, ਗੁਰੂ ਵਿੱਚ ਤੇ ਰੱਬ ਵਿੱਚ ਉਹ ਫਰਕ ਵਿਖਾਉਂਦੇ ਨੇ। ਉਹ ਕਹਿੰਦੇ ਨੇ ਪਰਮਾਤਮਾ ਜਨਮ ਮਰਨ ਵਿੱਚ ਨਹੀਂ ਆਉਂਦਾ, ਗੁਰੂ ਤੇ ਜਨਮ ਮਰਨ ਵਿੱਚ ਆਏ ਸਨ। ਅਸਲ ਵਿੱਚ ਉਹ ਗੁਰੂ ਦਾ ਸਰੀਰ ਵੇਖ ਰਹੇ ਨੇ, ਉਹ ਗੁਰੂ ਦਾ ਆਤਮ ਸਵਰੂਪ ਨਹੀਂ ਵੇਖ ਰਹੇ। ਪਰਮੇਸ਼ਵਰ ਭਾਵੇਂ ਸਾਡੇ ਸਭਨਾਂ ਵਿੱਚ ਮੌਜੂਦ ਏ, ਪਰ ਸਾਡੇ ਸਭਨਾਂ ਵਿੱਚ ਉਹ ਗੁਪਤ ਰੂਪ ਵਿੱਚ ਏ। ਅਸੀਂ ਉਸ ਨੂੰ ਜਾਣਦੇ ਨਹੀਂ ਹਾਂ, ਅਸੀਂ ਉਸ ਨੂੰ ਪਹਿਚਾਣਦੇ ਨਹੀਂ ਹਾਂ, ਅਸੀਂ ਉਸ ਨੂੰ ਵੇਖਿਆ ਨਹੀਂ, ਅਸੀਂ ਉਹਦੇ ਵਿੱਚ ਅਭੇਦ ਨਹੀਂ। ਉਹ ਸਾਡੇ ਵਿੱਚ ਹੁੰਦਾ ਹੋਇਆ ਵੀ ਅਸੀਂ ਤੇ ਉਹ ਵੱਖਰੇ ਵੱਖਰੇ ਹਾਂ। ਸਾਡੇ ਵਿੱਚ ਨਾ ਹਉ ਭੀਤ ਭਇਓ ਹੈ ਬੀਚੋ। ਸਾਡੇ ਤੇ ਪ੍ਰਮਾਤਮਾ ਦੇ ਵਿਚਕਾਰ ਇੱਕ ਹਉਮੈ ਦਾ ਬਾਰੀਕ ਜਿਹਾ ਪਰਦਾ ਬਣਿਆ ਹੋਇਆ। ਲੇਕਿਨ ਗੁਰੂ ਅਰਜਨ ਦੇਵ ਜਾਂ ਸਾਰੇ ਗੁਰੂ ਸਾਹਿਬਾਨ, ਉਹਨਾਂ ਵਿੱਚ ਉਹ ਬਰੀਕ ਪਰਦਾ ਨਹੀਂ ਸੀ। ਇਸ ਲਈ ਮਥੁਰਾ ਜੀ ਆਖਦੇ ਨੇ, ਭੇਦ ਵਿਭੇਦ ਨਾ ਜਾਣ ਬੀਓ। ਇਹ ਨਾ ਸਮਝ ਲੈਣਾ ਕਿ ਕਿਤੇ ਗੁਰੂ ਅਰਜਨ ਦੇਵ ਮਹਾਰਾਜ ਹੋਰ ਨੇ ਤੇ ਪਰਮਾਤਮਾ ਹੋਰ ਏ। ਇਹ ਨਾ ਕਿਤੇ ਸਮਝ ਲਿਆ ਜੇ, ਵੇਖਿਆ ਜੇ, ਇਸ ਰਸਤੇ ਤੋਂ ਨਾ ਕਿਤੇ ਥੜਕ ਜਾਇਆ ਜੇ। ਹੁਣ ਜਦੋਂ ਆਪਾਂ ਇਹ ਗੱਲ ਭੱਟ ਸਾਹਿਬਾਨ ਦੀ ਪੜ੍ਹਦੇ ਹਾਂ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਪਰਮਾਤਮਾ ਨੂੰ ਕੋਈ ਦੁੱਖ ਕਿਵੇਂ ਦੇ ਸਕਦਾ ਸੀ, ਪਰਮਾਤਮਾ ਨੂੰ ਕੋਈ ਕਿਵੇਂ ਉਹਦੇ ਰਸਤੇ ਤੋਂ ਥੜਕਾ ਸਕਦਾ ਸੀ। ਉਹ ਤੇ ਆਪ ਉਹਦਾ ਰੂਪ ਸਨ ਤੇ ਪਰਮੇਸ਼ਵਰ ਆਪ ਉਹਨਾਂ ਦੇ ਵਿੱਚ ਮੌਜੂਦ ਸੀ। ਅਗਲੀਆਂ ਪੰਕਤੀਆਂ ਵਿੱਚ ਵੇਖੋ, ਭੱਟ ਸਾਹਿਬ ਆਖਦੇ ਨੇ, ਪ੍ਰਤੱਛ ਹਿਰਦੈ ਗੁਰ ਅਰਜੁਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲਿਓ। ਪੂਰਨ ਬ੍ਰਹਮ, ਪਰਿਪੂਰਨ ਪਰਮਾਤਮਾ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਿਰਦੇ ਵਿੱਚ ਪ੍ਰਤੱਖ ਤੌਰ ਤੇ ਆਪਣਾ ਨਿਵਾਸ ਰੱਖਿਆ ਹੋਇਆ। ਹੁਣ ਜਿੱਥੇ ਪ੍ਰਤੱਖ ਤੌਰ ਤੇ ਪਰਮੇਸ਼ਵਰ ਆਪ ਬੈਠਾ ਹੋਵੇ, ਉਸ ਮਹਾਂਪੁਰਸ਼ ਨੂੰ ਕੋਈ ਕਿਵੇਂ ਡੁਲਾ ਸਕਦਾ ਹੈ, ਕੋਈ ਕਿਵੇਂ ਉਸ ਨੂੰ ਉਹਦੇ ਰਸਤੇ ਤੋਂ ਥੜਕਾ ਸਕਦਾ ਹੈ। ਸੋ ਇਹ ਬਚਨ ਗੁਰਬਾਣੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਭੱਟ ਸਾਹਿਬਾਨ ਨੇ ਲਿਖੇ ਨੇ। ਗੁਰੂ ਅਰਜਨ ਦੇਵ ਮਹਾਰਾਜ ਆਪ ਕੀ ਆਖਦੇ ਨੇ? ਕਹਿੰਦੇ ਨੇ, ਤੇਰਾ ਮਹਿਲ ਅਗੋਚਰ ਮੇਰੇ ਪਿਆਰੇ, ਬਿਖਮ ਤੇਰਾ ਹੈ ਪਾਣਾ। ਤੇਰਾ ਮਹਿਲ, ਉਹ ਟਿਕਾਣਾ, ਉਹ ਉੱਚੀ ਆਤਮਕ ਅਵਸਥਾ, ਉੱਥੇ ਪਹੁੰਚਣਾ ਅਤੀ ਮੁਸ਼ਕਿਲ ਹੈ। ਅਗੋਚਰ ਦਾ ਮਤਲਬ ਹੁੰਦਾ ਹੈ
ਸਾਡੇ ਜਿਹੜੇ ਕਰਮ ਤੇ ਗਿਆਨ ਇੰਦਰੇ ਨੇ, ਸਾਡਾ ਮਨ ਹੈ, ਬੁੱਧ ਹੈ, ਇਹਨਾਂ ਦੀ ਉੱਥੋਂ ਤੱਕ ਪਹੁੰਚ ਨਹੀਂ। ਜਿੱਥੋਂ ਤੱਕ ਇਹਨਾਂ ਦੀ ਪਹੁੰਚ ਨਾ ਹੋਵੇ, ਜਿਹੜੀ ਵਸਤੂ ਤੱਕ, ਜਿਸ ਸ਼ਖਸੀਅਤ ਤੱਕ, ਉਸ ਨੂੰ ਅਗੋਚਰ ਆਖੀਦਾ। ਤੇਰਾ ਮਹਿਲ ਹੈ ਵਾਹਿਗੁਰੂ, ਤੇਰਾ ਉਹ ਟਿਕਾਣਾ, ਉਹ ਸਾਡੇ ਮਨ ਤੇ ਇਹਨਾਂ ਗਿਆਨ ਤੇ ਕਰਮ ਇੰਦਰੀਆਂ ਦੀ ਪਕੜ ਤੋਂ ਪਰੇ ਹੈ। ਤੇ ਤੇਰਾ ਭਾਣਾ, ਤੇਰੀ ਰਜ਼ਾ, ਉਹ ਵੀ ਬਿਖਮ ਹੈ, ਡਾਢੀ ਕਰੜੀ ਹੈ। ਕਹੋ ਨਾਨਕ, ਢਹਿ ਪਿਆ ਦੁਆਰੇ, ਰੱਖ ਲਿਓ ਮੁਗਧ ਅਜਾਣਾ। ਹੇ ਪਰਮ ਪਿਤਾ ਪਰਮਾਤਮਾ, ਮੈਂ ਤੇਰੇ ਦੁਆਰੇ ਤੇ ਆਇਆ ਹਾਂ ਤੇ ਤੇਰੀ ਸ਼ਰਨ ਵਿੱਚ ਮੈਂ ਢਹਿ ਪਿਆ ਹਾਂ। ਮੈਨੂੰ ਮੁਗਧ ਅਣਜਾਣ ਨੂੰ ਆਪਣੀ ਸ਼ਰਨ ਵਿੱਚ ਰੱਖ ਲਵੋ। ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਪਣੇ ਬਚਨ ਨੇ, ਜਿਹਦੇ ਵਿੱਚ ਉਹ ਆਖਦੇ ਨੇ ਕਿ ਵਾਹਿਗੁਰੂ ਜੀ ਦਾ ਭਾਣਾ, ਉਸ ਦੀ ਰਜ਼ਾ ਭਾਈ ਹੈ ਤਾਂ ਔਖੀ, ਪਰ ਰੱਬ ਦੇ ਪਿਆਰੇ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲੈਂਦੇ ਨੇ, ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੰਨਿਆ। ਉਹਨਾਂ ਦੀ ਇਹ ਜਿਹੜੀ ਪਵਿੱਤਰ ਸ਼ਹਾਦਤ ਹੈ, ਉਹਦੇ ਵਿੱਚ ਇਹਨਾਂ ਲੋਕਾਂ ਦਾ ਹੱਥ ਹੈ ਜਿਹੜੇ ਤੁਹਾਡੇ ਸਾਹਮਣੇ ਨੇ। ਸ਼ੇਖ ਅਹਿਮਦ ਸਰਹੰਦੀ, ਸ਼ੇਖ ਫਰੀਦ ਬੁਖਾਰੀ, ਜਿਸ ਨੂੰ ਬਾਅਦ ਵਿੱਚ ਜਹਾਂਗੀਰ ਨੇ ਮੁਰਤਜ਼ਾ ਖਾਨ ਦਾ ਖਿਤਾਬ ਦਿੱਤਾ ਸੀ। ਜਹਾਂਗੀਰ ਆਪ, ਬਹੁਤ ਸਾਰੇ ਬ੍ਰਾਹਮਣ, ਮਹੇਸ਼ ਦਾਸ, ਜਿਸ ਨੂੰ ਆਪਾਂ ਬੀਰਬਲ ਆਖਦੇ ਹਾਂ, ਭਾਵੇਂ ਸ਼ਹਾਦਤ ਤੋਂ ਪਹਿਲਾਂ ਮਰ ਚੁੱਕਾ ਸੀ ਇਹ, ਲੇਕਿਨ ਇਹ ਵੀ ਜਹਾਂਗੀਰ ਦੇ ਕੰਨ ਭਰਦਾ ਰਿਹਾ ਸੀ। ਸਖੀ ਸਰਵਰੀਏ, ਚੰਦੂ ਸ਼ਾਹ, ਗੁਰੂ ਅਰਜਨ ਦੇਵ ਮਹਾਰਾਜ ਦਾ ਵੱਡਾ ਭਰਾ ਪ੍ਰਿਥੀ ਚੰਦ, ਤੇ ਆਚਾਰ ਭਗਤ, ਕਾਨਾ, ਪੀਲੋ, ਛੱਜੂ ਤੇ ਸ਼ਾਹ ਹੁਸੈਨ, ਇਸ ਸਾਰੀ ਜੁੰਡਲੀ ਨੇ, ਸਾਰੀ ਟੋਲੀ ਨੇ ਮਿਲ ਕੇ ਕੁਛ ਨਾ ਕੁਛ ਹਿੱਸਾ ਇਸ ਸ਼ਹਾਦਤ ਵਿੱਚ ਆਪਣਾ ਪਾਇਆ। ਕਿਸੇ ਨੇ ਜਹਾਂਗੀਰ ਦੇ ਕੰਨ ਭਰੇ, ਕਿਸੇ ਨੇ ਚੰਦੂ ਤੱਕ ਪਹੁੰਚ ਕੀਤੀ, ਕੋਈ ਕਿਤੇ ਪਹੁੰਚਿਆ ਤੇ ਕੋਈ ਕਿਤੇ ਪਹੁੰਚਿਆ। ਇਹ ਭਗਤ ਆਪਣੀ ਬਾਣੀ ਲੈ ਕੇ ਗੁਰੂ ਮਹਾਰਾਜ ਕੋਲ ਆਏ। ਗੁਰੂ ਸਾਹਿਬ ਨੇ ਆਖਿਆ, ਭਾਈ ਤੁਹਾਡੀ ਇਹ ਬਾਣੀ ਦਰਜ ਕਰਨ ਦੇ ਯੋਗ ਨਹੀਂ ਕੀਤੀ ਜਾ ਸਕਦੀ। ਇਹ ਵੀ ਉਹਨਾਂ ਦੇ ਖਿਲਾਫ ਭੁਗਤੇ। ਸੋ ਇਹ ਸਾਰੇ ਕਾਰਨ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੇ। ਸਮਾਂ ਥੋੜਾ ਮੈਂ ਆਪ ਜੀ ਦੇ ਨਾਲ ਇੱਕ ਨਾ ਅੱਜ ਕਵਿਤਾ ਛੋਟੀ ਜਿਹੀ ਚਤਰ ਸਿੰਘ ਬੀਰ ਹੋਰਾਂ ਦੀ ਲਿਖੀ ਹੋਈ, ਉਹਦੀਆਂ ਕੁਝ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ। ਗੁਰੂ ਅਰਜਨ ਦੇਵ ਮਹਾਰਾਜ ਦੇ ਸੰਬੰਧ ਵਿੱਚ ਉਹ ਲਿਖਦੇ ਨੇ, ਅਰਜਨ ਦੇਵ ਤਸੀਹੇ ਸਹਿ ਕੇ ਰਸਤਾ ਨਵਾਂ ਬਣਾਉਂਦਾ ਤੱਕਿਆ। ਇਹ ਨਵੀਂ ਲੀਹ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਮਤਿ ਵਿੱਚ ਪਾਈ ਸੀ ਸ਼ਹਾਦਤ ਦੀ। ਇਸ ਤੋਂ ਪਹਿਲਾਂ ਇਸ ਪਾਏ ਦੀ ਕੋਈ ਸ਼ਹਾਦਤ ਨਹੀਂ ਹੋਈ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਮੈਂ ਵੇਖਿਆ ਗੁਰੂ ਅਰਜਨ ਜਿਨ੍ਹਾਂ ਨੇ ਇੱਕ ਨਵਾਂ ਰਸਤਾ ਬਣਾਇਆ। ਤੱਤੀ ਰੇਤ ਪਵਾ ਕੇ ਸਿਰ ਵਿੱਚ ਰੱਬ ਦਾ ਸ਼ੁਕਰ ਮਨਾਉਂਦਾ ਤੱਕਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ ਸੀ, ਉਲਾਹਨੋ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ। ਤੇਰਾ ਸ਼ੁਕਰ ਮੈਂ ਕਰਦਾ ਹਾਂ ਕਿ ਤੇਰਾ ਕੀਤਾ ਹੋਇਆ ਮੈਨੂੰ ਮਿੱਠਾ ਲੱਗ ਰਿਹਾ। ਸੀਸ ਦੇ ਵਿੱਚ ਤੱਤੀ ਰੇਤ ਪਵਾ ਕੇ, ਤਵੀ ਤੇ ਬੈਠ ਕੇ, ਦੇਗ ਵਿੱਚ ਉਬਾਲੇ ਖਾ ਕੇ ਰੱਬ ਦਾ ਸ਼ੁਕਰ ਮਨਾਉਂਦਾ ਤੱਕਿਆ। ਜੇ ਕੋਈ ਸ਼ੁਕਰ ਕਰਦਾ ਵੇਖਿਆ ਤੇ ਉਹ ਗੁਰੂ ਅਰਜਨ ਦੇਵ ਮਹਾਰਾਜ ਹਨ। ਸਬਰ ਸਿਦਕ ਦੇ ਚੱਪੂ ਲਾ ਕੇ ਬੇੜਾ ਬੰਨੇ ਲਾਂਦਾ ਤੱਕਿਆ। ਦੇਗਾਂ ਵਿੱਚ ਉਬਾਲੇ ਖਾਂਦਾ ਉਹ ਗੁਰਬਾਣੀ ਗਾਉਂਦਾ ਤੱਕਿਆ। ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਦੇਗ ਵਿੱਚ ਉਬਲਦੇ ਹੋਏ ਉਹ ਗੁਰਬਾਣੀ ਗਾ ਰਹੇ ਸਨ। ਸਬਰ ਸਿਦਕ ਦੇ ਚੱਪੂ ਲਾ ਕੇ ਇਸ ਸਿੱਖੀ ਦੇ ਬੇੜੇ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ 2 ਚੱਪੂ ਲਾਏ, ਸਬਰ ਤੇ ਸਿਦਕ ਦੇ। ਸਾਨੂੰ ਸਭਨਾਂ ਨੂੰ ਗੁਰਮੁਖੋ ਚਾਹੀਦਾ ਹੈ, ਅਸੀਂ
ਇਹਨਾਂ ਦਿਹਾੜਿਆਂ ਤੋਂ ਕੁਝ ਸਿੱਖਿਆ ਕਰੀਏ। ਅੱਜ ਆਪਾਂ ਜੇ ਚੰਗੇ ਹੋਈਏ ਤੇ 2 ਗੁਣ ਪੱਲੇ ਬੰਨ੍ਹ ਕੇ ਲੈ ਜਾਈਏ, ਸਬਰ ਤੇ ਸਿਦਕ। ਜਿਨ੍ਹਾਂ ਦੇ ਪੱਲੇ 2 ਗੁਣ ਹੋਣਗੇ, ਜ਼ਿੰਦਗੀ ਵਿੱਚ ਉਹ ਕਦੀ ਮਾਰ ਨਹੀਂ ਖਾਣਗੇ। ਇਹ 2 ਗੁਣ ਇਹੋ ਜਿਹੇ ਨੇ ਕਿ ਮਨੁੱਖ ਦੀ ਜ਼ਿੰਦਗੀ, ਲੋਕ ਨਾ ਸੰਨਿਆਸ ਧਾਰਨ ਕਰਦੇ ਨੇ, ਪਹਾੜਾਂ ਦੀਆਂ ਗੁਫਾਵਾਂ ਵਿੱਚ ਬੈਠ ਕੇ ਸਮਾਧੀਆਂ ਲਗਾਉਂਦੇ ਨੇ, ਜੰਗਲਾਂ ਵਿੱਚ ਭਟਕਦੇ ਫਿਰਦੇ ਨੇ, ਧੂਣੀਆਂ ਤਪਾਉਂਦੇ ਨੇ, ਜਲ ਧਾਰੇ ਕਰਦੇ ਨੇ। ਸਭ ਕੁਝ ਕਰਨ ਦੀ ਲੋੜ ਨਹੀਂ, ਸਿਰਫ ਆ 2 ਗੁਣ ਪੱਲੇ ਬੰਨ੍ਹ ਲਏ ਜਾਣ, ਸਬਰ ਤੇ ਸਿਦਕ। ਇਹ ਸਬਰ ਤੇ ਸਿਦਕ ਦੇ ਚੱਪੂ ਲਾ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਸਿੱਖੀ ਦੇ ਬੇੜੇ ਨੂੰ ਬੰਨੇ ਲਾਇਆ। ਦੇਗਾਂ ਵਿੱਚ ਉਬਾਲੇ ਖਾਂਦਾ, ਉਹ ਗੁਰਬਾਣੀ ਗਾਉਂਦਾ ਤੱਕਿਆ, ਕੁਰਬਾਨੀ ਦੀ ਪੱਟੀ ਉੱਤੇ ਨਵੇਂ ਪੂਰਨੇ ਪਾਉਂਦਾ ਤੱਕਿਆ। ਤੁਸੀਂ ਵੇਖਿਆ ਹੋਣਾ ਦੁਨੀਆ ਵਿੱਚ ਕਿੰਨੇ ਸ਼ਹੀਦ ਹੋਏ ਨੇ, ਪਰ ਇਸ ਤਰ੍ਹਾਂ ਦੀ ਸ਼ਹਾਦਤ ਇਹ ਸੱਚਮੁੱਚ ਲਾਮਿਸਾਲ ਸ਼ਹਾਦਤ ਹੈ। ਇਹ ਨਵੇਂ ਪੂਰਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਏ ਤੇ ਉਹਨਾਂ ਦੇ ਪੂਰਨਿਆਂ ਤੇ ਚੱਲਦਿਆਂ ਹੋਇਆਂ ਹਜ਼ਾਰਾਂ ਸਿੱਖ ਕੁਰਬਾਨੀਆਂ ਕਰ ਗਏ, ਹੱਸਦੇ ਹੱਸਦੇ ਸ਼ਮਾ ਤੋਂ ਕੁਰਬਾਨ ਹੋ ਗਏ। ਇਹ ਪੂਰਨੇ ਗੁਰੂ ਅਰਜਨ ਦੇਵ ਮਹਾਰਾਜ ਨੇ ਪਾਏ ਸੀ, ਜਿਨ੍ਹਾਂ ਨੂੰ ਸਿੱਖਾਂ ਨੇ ਪੜ੍ਹਿਆ ਤੇ ਉਹਨਾਂ ਦੇ ਉੱਤੇ ਅਮਲ ਕੀਤਾ। ਬੰਦ ਸਿੱਖ ਕਟਵਾ ਕੇ ਧਰਮ ਤੋਂ ਨਾ ਡੋਲੇ। ਖੋਪਰੀ ਲਵਾ ਕੇ 21 ਦਿਨ ਇੱਕ ਖੱਡੇ ਵਿੱਚ ਸਿੱਖ ਪਿਆ ਰਿਹਾ, ਉਹ ਆਪਣੇ ਧਰਮ ਤੋਂ ਨਾ ਉਹਨੇ ਰਤਾ ਵੀ ਮੂੰਹ ਮੋੜਿਆ। ਚਰਖੜੀਆਂ ਤੇ ਚੜ੍ਹ ਗਏ, ਆਰਿਆਂ ਨਾਲ ਆਪਣੇ ਤਨ ਚਿਰਵਾ ਲਏ। ਇਹ ਪੂਰਨੇ ਪਾਏ ਸਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਜਿਨ੍ਹਾਂ ਪੂਰਨਿਆਂ ਦੇ ਉੱਤੇ ਫਿਰ ਸਿੱਖਾਂ ਨੇ ਆਪਣੇ ਵੱਲੋਂ ਪੱਟੀ ਲਿਖੀ। ਦੁਨੀਆ ਵਾਲੇ ਰੋਂਦੇ ਤੱਕੇ, ਪਰ ਉਸ ਨੂੰ ਮੁਸਕਾਉਂਦਾ ਤੱਕਿਆ। ਗੁਰੂ ਅਰਜਨ ਦੇਵ ਮਹਾਰਾਜ ਦੇ ਚਿਹਰੇ ਉੱਤੇ ਜਰਾ ਜਿੰਨੇ ਵੀ ਸੋਗ ਦੇ ਗਮ ਨਹੀਂ ਸਨ ਜਦੋਂ ਸ਼ਹੀਦ ਹੋ ਰਹੇ ਸਨ, ਜਦੋਂ ਉਹਨਾਂ ਨੂੰ ਰਾਵੀ ਦੇ ਵਿੱਚ ਰੋੜਿਆ ਜਾ ਰਿਹਾ ਸੀ। ਸਰੀਰ ਛਾਲੇ ਹੋਇਆ ਸੀ, ਉੱਠਣ ਦੀ ਬੈਠਣ ਦੀ ਹਿੰਮਤ ਨਹੀਂ ਸੀ। ਤੇ ਇਹੋ ਜਿਹੇ ਸੜੇ ਹੋਏ ਸਰੀਰ ਦੇ ਉੱਤੇ ਜੇ ਠੰਡਾ ਪਾਣੀ ਪਵੇ ਤੇ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਕੁ ਦੁੱਖ ਹੁੰਦਾ ਹੋਵੇਗਾ। ਉਹ ਦੁੱਖ ਦੇਣ ਵਾਸਤੇ ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਰਾਵੀ ਦੇ ਠੰਡੇ ਪਾਣੀ ਵਿੱਚ ਲੈ ਜਾਇਆ ਗਿਆ ਸੀ ਕਿ ਇਹਨਾਂ ਨੂੰ ਹੋਰ ਤਸੀਹੇ ਦਿੱਤੇ ਜਾਣ। ਪਰ ਦੁਨੀਆ ਵਾਲੇ ਰੋਂਦੇ ਤੱਕੇ, ਉਸ ਨੂੰ ਮੁਸਕਾਉਂਦਾ ਤੱਕਿਆ। ਉਹ ਹੱਸਦੇ ਆਪਣੀ ਜ਼ਿੰਦਗੀ ਸਾਡੇ ਕੌਮ ਦੇ ਲੇਖੇ ਆਖੀਏ, ਪ੍ਰਭੂ ਦੇ ਭਾਣੇ ਵਿੱਚ ਆਖੀਏ, ਉਹ ਲਾ ਕੇ ਚਲੇ ਗਏ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਬਚਨ ਪੜ੍ਹ ਕੇ ਮੈਂ ਸਮਾਪਤੀ ਕਰ ਦੇਣਾ। ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਾਰੀ ਉਪਕਾਰੀ ਆਏ। ਇਹੋ ਜਿਹੇ ਲੋਕ ਹੁੰਦੇ ਨੇ ਪਰ ਉਪਕਾਰੀ। ਇੱਥੇ ਕਿਤੇ ਰੋਟੀ ਕਿਸੇ ਨੂੰ ਖਵਾ ਕੇ ਤੇ ਉਹ ਪਰ ਉਪਕਾਰੀ ਬਣ ਬੈਂਦੇ ਨੇ ਤੇ ਹੰਕਾਰ ਵਿੱਚ ਫੁੱਲੇ ਨਹੀਂ ਸਮਾਉਂਦੇ। ਪਰ ਉਪਕਾਰੀ ਇਹਨਾਂ ਨੂੰ ਆਖਦੇ ਜੇ, ਗੁਰੂ ਅਰਜਨ ਦੇਵ ਮਹਾਰਾਜ ਵਰਗਿਆਂ ਨੂੰ। ਭਾਵੇਂ ਉਹ ਆਪ ਨਾ ਜਨਮ ਵਿੱਚ ਹੁੰਦੇ ਨੇ ਨਾ ਮਰਨ ਵਿੱਚ ਹੁੰਦੇ ਨੇ, ਉਹ ਸੰਸਾਰ ਵਿੱਚ ਪਰ ਉਪਕਾਰ ਕਰਨ ਵਾਸਤੇ ਹੀ ਆਉਂਦੇ ਨੇ। ਪਰ ਉਪਕਾਰ ਦਾ ਮਤਲਬ ਹੁੰਦਾ ਦੂਜਿਆਂ ਦੀ ਭਲਾਈ ਲਈ ਕੰਮ ਕਰਨਾ, ਲੇਕਿਨ ਨਿਰਸਵਾਰਥ ਕਰਨਾ। ਉਹ ਕੀ ਕਰਦੇ ਨੇ? ਜੀ ਦਾਨ ਦੇ ਭਗਤੀ ਲਾਇਨ। ਸਾਨੂੰ ਪਰਮੇਸ਼ਵਰ ਨਾਲੋਂ ਟੁੱਟੇ ਹੋਏ ਲੋਕਾਂ ਨੂੰ ਉਹ ਜੀਵਨ ਦਾਨ ਦਿੰਦੇ ਨੇ। ਜੀਵਨ, ਆਤਮਿਕ ਜੀਵਨ ਦੀ ਦਾਤ ਬਖਸ਼ਦੇ ਨੇ। ਆਤਮਿਕ ਜੀਵਨ ਦੀ ਦਾਤ ਦੇ ਕੇ ਸਾਨੂੰ ਟੁੱਟੇ ਹੋਏ ਲੋਕਾਂ ਨੂੰ ਪ੍ਰਭੂ ਦੀ ਭਗਤੀ ਵਿੱਚ ਲਾਉਂਦੇ ਨੇ। ਪ੍ਰਭੂ ਦੀ ਭਗਤੀ ਵਿੱਚ ਲਾ ਕੇ ਅਰਸਿਓਂ ਲੈਣ ਮਿਲਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ
ਆਪਣੇ ਜੀਵਨ ਤੋਂ ਲੈ ਕੇ ਅੱਜ ਤੱਕ ਜੇ ਵੇਖੀਏ ਤੇ ਲੱਖਾਂ ਲੋਕਾਂ ਨੂੰ ਭਗਤੀ ਦੇ ਰਾਹ ਤੇ ਤੋਰਿਆ। ਉਹਨਾਂ ਦੀ ਪਵਿੱਤਰ ਬਾਣੀ ਸੁਖਮਨੀ ਸਾਹਿਬ ਨੂੰ ਬਹੁਤ ਸਾਰੇ ਲੋਕ ਪੜ੍ਹਦੇ ਨੇ, ਹਿੰਦੂ ਪੜ੍ਹਦੇ ਨੇ, ਸਿੱਖ ਪੜ੍ਹਦੇ ਨੇ, ਹੋਰ ਸਾਰੀਆਂ ਕੌਮਾਂ ਦੇ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਨੂੰ ਪੜ੍ਹਦੇ ਨੇ। ਤੇ ਜਦੋਂ ਉਹ ਆਪਣੀ ਪਵਿੱਤਰ ਬਾਣੀ ਸ਼ੁਰੂ ਕਰਦੇ ਨੇ, ਉਹ ਗੱਲ ਹੀ ਇੱਥੋਂ ਸ਼ੁਰੂ ਕਰਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਓ। ਉਹ ਗੱਲ ਹੀ ਸਿਮਰਨ ਤੋਂ ਸ਼ੁਰੂ ਕਰਦੇ ਨੇ, ਹੋਰ ਕੋਈ ਗੱਲ ਹੀ ਨਹੀਂ ਕਰਦੇ। ਸੋ ਆਪਾਂ ਨੂੰ ਕਦੋਂ ਸਮਝ ਆਉਣੀ ਹੈ ਜੀ? ਸਮਝੀਏ ਗੁਰੂ ਮਹਾਰਾਜ ਦੇ ਇਸ ਪਾਏ ਹੋਏ ਪੂਰਨਿਆਂ ਉੱਤੇ ਚੱਲਣ ਦਾ ਯਤਨ ਕਰੀਏ, ਵਾਹਿਗੁਰੂ ਜੀ ਦੇ ਭਾਣੇ ਵਿੱਚ ਰਹਿਣਾ ਸਿੱਖੀਏ, ਉਹਦੀ ਰਜ਼ਾ ਨੂੰ ਸਿਰ ਮੱਥੇ ਤੇ ਮੰਨਣਾ ਸਿੱਖੀਏ। ਸਬਰ ਅਤੇ ਸਿਦਕ, ਇਹ ਦੋ ਗੁਣ ਅੱਜ ਆਪਾਂ ਪੱਲੇ ਬੰਨ੍ਹ ਕੇ ਲੈ ਜਾਈਏ। ਮੈਂ ਵੀ ਤੇ ਤੁਸੀਂ ਵੀ ਕੋਸ਼ਿਸ਼ ਕਰੀਏ, ਵਾਹਿਗੁਰੂ ਦੇ ਭਾਣੇ ਵਿੱਚ ਰਹੀਏ ਤੇ ਗਾਉਂਦੇ ਰਹੀਏ ਗੁਰਬਾਣੀ, ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦੀ ਦੇ ਵੇਲੇ ਗਾਉਂਦੇ ਰਹੇ। ਹਮੇਸ਼ਾ ਸਾਡੇ ਮੁੱਖ ਵਿੱਚ ਬਾਣੀ ਦਾ ਪਾਠ ਰਵੇ, ਸਾਡੇ ਮੁੱਖ ਵਿੱਚ ਵਾਹਿਗੁਰੂ ਸ਼ਬਦ ਦਾ ਜਾਪ ਰਵੇ, ਸਾਡੇ ਮੁੱਖ ਵਿੱਚ ਮੂਲ ਮੰਤਰ ਦੀ ਜਿਹੜੀ ਉਹਦੀ ਪਕੜ ਉਹ ਬਣੀ ਰਵੇ ਹਰ ਵਕਤ। ਕਦੀ ਸਾਨੂੰ ਪਰਮੇਸ਼ਵਰ ਦਾ ਨਾਮ ਵਿਸਰੇ ਨਾ। ਜੇ ਆਪਾਂ ਇਸ ਤਰ੍ਹਾਂ ਕਰ ਪਾਏ ਤੇ ਆਪਣੇ ਜਿਹੜੇ ਦਿਹਾੜੇ ਆਪਾਂ ਮਨਾਉਂਦੇ ਹਾਂ ਗੁਰੂਆਂ ਦੇ, ਮਹਾਂਪੁਰਸ਼ਾਂ ਦੇ, ਇਹ ਮਨਾਏ ਹੋਏ ਜ਼ਰੂਰ ਸਫਲ ਹੋਣਗੇ। ਤੇ ਜੇ ਭਾਈ ਕੇਵਲ ਮੱਥੇ ਹੀ ਟੇਕਣੇ ਨੇ, ਉਹ ਵੀ ਤੁਹਾਡੀ ਆਪਣੀ ਮਰਜ਼ੀ ਹੈ, ਕੋਈ ਕਿਸੇ ਨੂੰ ਕੀ ਆਖ ਸਕਦਾ ਹੈ। ਯਤਨ ਕਰੀਏ, ਮੱਥਿਆਂ ਤੱਕ ਸੀਮਤ ਨਾ ਰਹੀਏ, ਅੱਗੇ ਵਧੀਏ। ਜੇ ਕੋਈ ਬੱਚਾ ਸਾਰੀ ਜ਼ਿੰਦਗੀ ਪਹਿਲੀ ਕਲਾਸ ਵਿੱਚ ਹੀ ਬੈਠਾ ਰਹੇ, ਉਹਦੇ ਮਾਪਿਆਂ ਨੂੰ ਉਹ ਬੱਚਾ ਕਿਹੋ ਜਿਹਾ ਲੱਗੇਗਾ, ਉਹਦੇ ਯਾਰਾਂ ਦੋਸਤਾਂ ਨੂੰ ਕਿਹੋ ਜਿਹਾ ਲੱਗੇਗਾ, ਉਹਦੇ ਰਿਸ਼ਤੇਦਾਰਾਂ ਭੈਣਾਂ ਭਰਾਵਾਂ ਨੂੰ ਕਿਹੋ ਜਿਹਾ ਲੱਗੇਗਾ। ਸਾਨੂੰ ਕਿੰਨਾ ਸਮਾਂ ਹੋ ਗਿਆ ਸੀ ਪਹਿਲੀ ਕਲਾਸ ਤੋਂ ਅਗਲੀ 'ਚ ਪੈਰ ਹੀ ਨਹੀਂ ਰੱਖਣ ਨੂੰ ਰਾਜੀ ਹੋ ਰਹੇ। ਯਤਨ ਕਰੀਏ ਭਾਈ, ਤਾਂ ਹੀ ਸਾਡਾ ਇਹ ਮਨੁੱਖਾ ਜੀਵਨ ਸਫਲ ਹੋਣਾ ਹੈ। ਇਹ ਧਰਮ ਦੀਆਂ ਵੀ ਕਲਾਸਿਸ ਹਨ, ਇਹਦੀਆਂ ਵੀ ਅਵਸਥਾਵਾਂ ਹਨ। ਅਸੀਂ ਸਿਰਫ ਇੱਥੇ ਹੀ ਨਾ ਰੁਕੇ ਰਹੀਏ, ਅੱਗੇ ਚੱਲਣਾ ਹੈ। ਜਿਵੇਂ ਜਿਵੇਂ ਅੱਗੇ ਵਧਾਂਗੇ, ਗੁਰੂ ਮਹਾਰਾਜ ਸਾਡੀ ਹੋਰ ਘੁੱਟ ਕੇ ਬਾਂਹ ਫੜਨਗੇ ਤੇ ਸਾਨੂੰ ਭਵਜਲ ਤੋਂ ਪਾਰ ਕਰ ਦੇਣਗੇ। ਤੁਸੀਂ ਬੜੇ ਪਿਆਰ ਨਾਲ ਅੱਜ ਦੀ ਇਸ ਵਿਚਾਰ ਨੂੰ ਸੁਣਿਆ। ਗੁਰੂ ਮਹਾਰਾਜ ਮਿਹਰ ਕਰਨ, ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰੇ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।